ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਦੇਸ਼ ਵਿਦੇਸ਼ਾਂ ਤੋਂ ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਲਾਈਵ ਹੋਇਆ ਜੀ ਇੱਕ ਪਰਟੀਕੂਲਰ ਖਬਰ ਨੂੰ ਲੈ ਕੇ, ਜੋ ਮੇਰੇ ਤੋਂ ਬੜਾ ਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਫਰੀਕੁਐਂਟਲੀ ਕੁਐਸਚਨ ਇਹ ਪੁੱਛਿਆ ਜਾ ਰਿਹਾ ਕਿ ਕਿਤੇ ਕੋਈ ਖਬਰ ਚੱਲੀ ਆ ਫੇਸਬੁੱਕ ਦੇ ਉੱਪਰ ਕਿ ਹੁਣ ਜਿਹੜੇ ਬੱਚੇ ਇੰਡੀਆ ਤੋਂ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਇਆ ਕਰਨਗੇ ਤੇ ਉਹਨਾਂ ਦਾ ਟੈਸਟ ਹੋਇਆ ਕਰੂਗਾ ਏਅਰਪੋਰਟ ਦੇ ਉੱਤੇ, ਐਂਡ ਫਿਰ ਉੱਥੇ ਚੈੱਕ ਕਰਕੇ ਉਹਨਾਂ ਦਾ ਲੈਵਲ, ਫਿਰ ਉਹਨਾਂ ਨੂੰ ਅੱਗੇ ਅਲਾਓ ਕੀਤਾ ਜਾਇਆ ਕਰੂਗਾ ਵੀ ਤੁਸੀਂ ਐਂਟਰ ਹੋ ਵੀ ਸਕਦੇ ਆ ਕਿ ਨਹੀਂ। ਜੇ ਉਹ ਟੈਸਟ ਨਹੀਂ ਕਲੀਅਰ ਕਰਨਗੇ ਤਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ। ਹਾਲੇ ਤੱਕ ਇਹ ਕੋਈ ਵੀ ਅਫੀਸ਼ੀਅਲ ਗੱਲ ਨਹੀਂ ਹੈਗੀ ਕਿ ਇਹ ਸਿਰਫ ਤੇ ਸਿਰਫ ਸੁਝਾਅ ਦਿੱਤੇ ਗਏ ਸੀ ਸਾਡੀ ਕਮਿਊਨਿਟੀ ਵੱਲੋਂ, ਸਾਡੇ ਉੱਥੋਂ ਦੇ ਕਾਉਂਸਲਰਸ ਵੱਲੋਂ ਜਾਂ ਸਾਡੇ ਐਮਪੀਜ਼ ਵੱਲੋਂ ਗੌਰਮੈਂਟ ਨੂੰ ਵੀ ਆਪਾਂ ਜੇ ਵਧੀਆ ਸਟੂਡੈਂਟਸ ਚਾਹੁੰਦੇ ਆ ਤਾਂ ਆਪਾਂ ਉਹਨਾਂ ਦਾ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਮਤਲਬ ਇੱਕ ਛਾਨਣਾ ਲਾ ਕੇ ਆਪਾਂ ਅੱਗੇ ਨਿਭਾ ਸਕਦੇ ਹਾਂ। ਪਰ ਇਹਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਲੋੜ ਨਹੀਂ ਪਊਗੀ ਤੁਹਾਨੂੰ ਇਹ ਚੀਜ਼ਾਂ ਕਰਨ ਦੀ, ਕਿਉਂਕਿ ਮੈਂ ਇੱਕ ਵੀਡੀਓ ਹੋਰ ਦੇਖੀ ਸੀ ਜਿਹੜੀ ਸਟੂਡੈਂਟ ਅਗੇਂਸਟ ਸਾਡੀ ਕਮਿਊਨਿਟੀ ਨੇ ਇੱਕ ਇਕੱਠ ਕੀਤਾ ਸੀ, ਇੱਕ ਰੈਲੀ ਹੋਈ ਸੀ। ਉਹਦੇ ਵਿੱਚ ਕਿਹਾ ਜਾ ਰਿਹਾ ਸੀ ਇੱਕ ਮੇਰੇ ਵੀਰ ਵੱਲੋਂ ਕਿ ਬੱਚੇ ਉੱਧਰੋਂ ਬੈਂਡ ਜਿਹੜੇ ਪੇਡ ਬੈਂਡ ਮਿਲ ਜਾਂਦੇ ਨੇ, ਲੱਖ ਰੁਪਈਏ ਦਾ ਇੱਕ ਬੈਂਡ, ਕੁਛ ਸਮਥਿੰਗ ਐਸੀ ਕੋਈ ਵੀਡੀਓ ਸੀਗੀ। ਮੈਂ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਹੁੰਦਾ ਹੋਊਗਾ ਕਦੇ ਇਹ ਚੀਜ਼ਾਂ ਵੀ ਕਿਸੇ ਇੱਕ ਦਾ ਇਸ ਤਰੀਕੇ ਨਾਲ ਕੋਈ ਕੇਸ ਨਿਕਲ ਗਿਆ ਹੋਊਗਾ ਜਾਂ ਉਹਨੇ ਬੈਂਡ ਪੈਸੇ ਦੇ ਕੇ ਲੈ ਲਏ ਹੋਣਗੇ। ਪਰ ਜਿੱਥੋਂ ਤੱਕ ਸਟੂਡੈਂਟਸ ਦੀ ਗੱਲ ਆ ਨਾ, ਮੈਂ ਇਸ ਚੀਜ਼ ਨੂੰ ਬੜੇ ਦਾਅਵੇ ਨਾਲ ਕਹਿ ਸਕਦਾ, ਸਟੂਡੈਂਟਸ ਦੀ ਜਿਹੜੀ ਗੱਲ ਆ, ਸਟੂਡੈਂਟਸ ਦੇ ਵਿੱਚ ਇਹੋ ਜਿਹੇ ਪੇਡ ਬੈਂਡਾਂ ਵਾਲੇ ਜਾਂ ਪੇਡ ਬੈਂਡ ਲੈ ਕੇ ਜਾਣ ਵਾਲਿਆਂ ਬੱਚਿਆਂ ਦੀ ਗਿਣਤੀ ਨਾ ਮਾਤਰ ਹੋਊਗੀ। ਨਾ ਮਾਤਰ ਤੋਂ ਭਾਵ ਇਹ ਕਹਿ ਸਕਦੇ ਹਾਂ ਵੀ 1000 ਮਗਰ ਕੋਈ ਕੀ ਕਹਿਣਾ, ਇੱਕ ਅੱਧੇ ਨੇ ਕੋਈ ਜਿਹਾ ਟਰਾਈ ਕੀਤਾ ਹੋਵੇ। ਬਾਕੀ ਮੈਨੂੰ ਇਸ ਦਾ ਪ੍ਰੋਸੈਸ ਵੀ ਨਹੀਂ ਪਤਾ ਹੈਗਾ, ਪਤਾ ਨਹੀਂ ਬਾਹਰ ਬੈਠਿਆਂ ਵੀਰਾਂ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਸ ਤਰੀਕੇ ਨਾਲ ਵੀ ਬੈਂਡ ਉਪਲਬਧ ਹੋ ਜਾਂਦੇ ਨੇ, ਪੈਸੇ ਦੇ ਕੇ ਵੀ ਲਏ ਜਾ ਸਕਦੇ ਨੇ। ਸੁਣੀਆਂ ਬਹੁਤ ਨੇ ਗੱਲਾਂ, ਪਰ ਐਸੀ ਕੋਈ ਇਹ ਜਿਹੀ ਚੀਜ਼ ਨਹੀਂ ਹੈ। ਮੈਂ ਪਰਟੀਕੂਲਰਲੀ ਉਹ ਲੜਾਈ ਦੇ ਵਿੱਚ ਇਨਵੋਲਵ ਬੱਚਿਆਂ ਦੀ ਗੱਲ ਹੀ ਤੁਹਾਡੇ ਨਾਲ ਕਰ ਲੈਣਾ ਕਿ ਤੁਸੀਂ ਉਹਨਾਂ ਦੇ ਪ੍ਰੋਫਾਈਲ ਮੰਗਾ ਕੇ ਚੈੱਕ ਕਰ ਲਓ। ਵਧੀਆ ਸਕੂਲਾਂ ਦੇ ਪੜ੍ਹੇ ਹੋਏ ਉਹ ਬੱਚੇ ਹੋਣਗੇ, ਕੌਨਵੈਂਟ ਐਜੂਕੇਟਡ ਬੱਚੇ, ਚੰਗੇ ਉਹਨਾਂ ਦੇ ਨੰਬਰ ਹੋਣਗੇ, ਮੈਡੀਕਲ ਨੌਨ ਮੈਡੀਕਲ ਵਾਲੇ ਸਟੂਡੈਂਟ ਹੋਣਗੇ ਉਹ ਸਾਰੇ, ਐਂਡ ਤੁਸੀਂ ਉਹਨਾਂ ਦੇ ਪ੍ਰੋਫਾਈਲ ਮੰਗਾ ਕੇ ਚੈੱਕ ਕਰ ਲਿਓ, ਸਾਰੇ 65% ਤੋਂ ਉੱਪਰ ਵਾਲੇ ਹੋਣਗੇ। ਇੱਥੋਂ ਦੇ ਜਿਹੜੇ ਸਕੂਲ ਆ ਨਾ, ਪੰਜਾਬ ਦੀ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹੁੰਦਾ, ਸਾਰੇ ਜਿਹੜੇ ਮੇਰੇ ਵੀਰ ਕੈਨੇਡਾ ਬੈਠੇ ਆ, ਕਿ ਮਾਂ ਪਿਓ ਦਾ ਹੁਣ ਮੇਨ ਮੁੱਦਾ, ਮਾਂ ਪਿਓ ਨਹੀਂ ਕੈਨੇਡਾ ਬੱਚੇ ਨੂੰ ਲੜਨ ਲਈ ਭੇਜਦਾ, ਮਾਂ ਪਿਓ ਦਾ ਮੇਨ ਮਕਸਦ ਅੱਜ ਕੱਲ੍ਹ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਵਾਉਣਾ ਹੈ। ਤੇ ਸਾਰੇ ਮਾਂ ਪਿਓ ਅੱਜ ਮੁੱਖ ਤੌਰ ਤੇ ਇਹੀ ਸੋਚਦੇ ਨੇ ਕਿ ਉਹਨਾਂ ਦੀ ਸਕੂਲਿੰਗ ਆ ਜਿਹੜੀ ਕੌਨਵੈਂਟ ਐਜੂਕੇਟਡ ਹੋਣ ਉਹਨਾਂ ਦੇ ਬੱਚੇ, ਐਂਡ ਕੌਨਵੈਂਟ ਸਕੂਲਸ ਦੇ ਵਿੱਚ ਬੱਚਿਆਂ ਦੀ ਜਿਹੜੀ ਇੰਗਲਿਸ਼ ਆ ਜਾਂ ਲੈਂਗੁਏਜ ਸਕਿੱਲਸ ਆ ਉਹ ਬਹੁਤ ਵਧੀਆ ਹੋ ਜਾਂਦੀਆਂ ਨੇ, ਤੇ ਉਹ ਆਇਲਸ ਉਹਨਾਂ ਦੇ ਲਈ ਕਲੀਅਰ ਕਰਨਾ ਕੋਈ ਬਹੁਤਾ ਜ਼ਿਆਦਾ ਟਫ ਟਾਸਕ ਨਹੀਂ ਰਹਿ ਜਾਂਦਾ। ਕਿਉਂਕਿ ਜੇ ਤੁਸੀਂ ਮੈਕਸੀਮਮ ਸਟੂਡੈਂਟ ਜਿਹੜੇ ਕੈਨੇਡਾ ਜਾਂਦੇ ਨੇ ਉਹ ਮੈਡੀਕਲ ਨੌਨ ਮੈਡੀਕਲ ਵਾਲੇ ਹੀ ਜਾਂਦੇ ਨੇ, ਕਾਮਰਸ ਮੈਡੀਕਲ ਨੌਨ ਮੈਡੀਕਲ ਵਾਲੇ, ਉਹਨਾਂ ਦਾ ਜਿਹੜੇ ਵੀਜ਼ਾ ਸਕਸੈਸ ਰੇਟ ਆ ਬਹੁਤ ਹਾਈ ਹੁੰਦੀ ਆ। ਐਂਡ ਜਦੋਂ ਤੁਸੀਂ ਉਹਨਾਂ ਦਾ ਚੈੱਕ ਕਰੋਗੇ ਨਾ ਪ੍ਰੋਪਰ ਤਰੀਕੇ ਨਾਲ ਜਾ ਕੇ, ਉਹਨਾਂ ਦੇ ਪ੍ਰੋਫਾਈਲਸ ਤਾਂ ਤੁਹਾਨੂੰ ਮਿਲਣਗੇ। ਜੇ ਲੜਾਈ ਵਾਲੇ ਬੱਚਿਆਂ ਦਾ ਵੀ ਮੈਂ ਦੁਬਾਰੇ ਦੱਸਣਾ ਚਾਹੁੰਦਾ ਵੀ ਤੁਸੀਂ ਪ੍ਰੋਫਾਈਲ ਚੈੱਕ ਕਰ ਲਿਓ, ਉਹ 'ਚੋਂ ਮੈਕਸੀਮਮ ਬੱਚੇ ਤੁਹਾਨੂੰ ਮੈਡੀਕਲ ਨੌਨ ਮੈਡੀਕਲ ਵਾਲੇ ਮਿਲਣਗੇ, ਐਂਡ ਚੰਗੇ ਨੰਬਰ ਲੈ ਕੇ ਪਾਸ ਹੋਏ ਹੋਣਗੇ ਉਹ। ਐਂਡ ਤੁਸੀਂ ਜੇ ਤੁਸੀਂ ਕੌਨਵੈਂਟ ਸਕੂਲ ਜਿਨ੍ਹਾਂ ਦੇ ਬੱਚਿਆਂ ਦੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੀ ਐਜੂਕੇਸ਼ਨ ਕੌਨਵੈਂਟ ਸਕੂਲ ਤੋਂ, ਉਹਨਾਂ ਦੀ ਆਇਲਸ ਨੂੰ ਕਲੀਅਰ ਕਰਨਾ ਜਾਂ ਆਇਲਸ ਕਰ ਲੈਣਾ ਕੋਈ ਐਡੀ ਵੱਡੀ ਟਾਸਕ ਨਹੀਂ ਹੈ ਕਿ ਉਹਨਾਂ ਨੂੰ ਬੈਂਡ ਪੈਸੇ ਦੇ ਕੇ ਖਰੀਦਣੇ ਪੈਣ ਜਾਂ ਉਹਨਾਂ ਨੂੰ ਬੈਂਡਾਂ ਦੇ ਲਈ 6-6, 7-7 ਲੱਖ ਰੁਪਈਆ ਇਨਵੈਸਟ ਕਰਨਾ ਪਵੇ। ਐਂਡ ਜਿਹੜਾ ਬੱਚਾ ਇਸ ਤਰੀਕੇ ਨਾਲ ਇਨਵੈਸਟ ਕਰਕੇ ਪੈਸਾ ਜਾਂਦਾ ਨਾ ਕੈਨੇਡਾ, ਬੈਂਡ ਪੈਸਿਆਂ ਦੀ ਲੈ ਕੇ ਜਾਂਦਾ, ਉਹ ਨਹੀਂ ਲੜਦਾ, ਉਹ ਲੜਦਾ ਹੀ ਨਹੀਂ, ਉਹ ਟੈਕ ਕੇ ਪਾਸੇ ਬਹਿ ਜਾਂਦਾ, ਜਾ ਕੇ ਆਪਦਾ ਕੰਮ ਕਰਦਾ, ਕਿਉਂਕਿ ਉਹ ਮਸਾਂ ਪਹੁੰਚਿਆ ਹੁੰਦਾ ਉੱਥੇ। ਤੇ ਇਹ ਜਿਹੜੇ ਬੱਚੇ ਆ ਤਾਂ ਵੈਸੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਬੜੇ ਹੀ ਇੰਟੈਲੀਜੈਂਟ ਜਵਾਕ ਨੇ, ਇੰਟੈਲੀਜੈਂਟ ਸਟੂਡੈਂਟ ਨੇ, ਪੜ੍ਹਾਈ ਦੇ ਵਿੱਚ ਬੜੇ ਇੰਟੈਲੀਜੈਂਟ ਨੇ, ਚੰਗੇ ਨੰਬਰ ਲੈ ਕੇ ਮੈਡੀਕਲ ਨੌਨ ਮੈਡੀਕਲ, ਜੇ ਤੁਸੀਂ ਫਿਜ਼ਿਕਸ ਕੈਮਿਸਟਰੀ ਮੈਥ ਦੀਆਂ ਤੁਸੀਂ ਇੱਕ ਸਿਲੇਬਸ ਚੈੱਕ ਕਰ ਲਓ ਨਾ ਉਹਨਾਂ ਦਾ, ਜਾਂ ਤੁਸੀਂ ਉਹਨਾਂ ਦੀਆਂ ਬੁੱਕਸ ਚੈੱਕ ਕਰ ਲਓ, 1400 ਪੇਜ ਦੀਆਂ ਕਿਤਾਬਾਂ ਨੇ, ਇੰਨਾ ਕੁ ਟਫ ਸਿਲੇਬਸ ਆ। ਉਹ ਉਹਨਾਂ ਨੂੰ ਕਲੀਅਰ ਕਰਕੇ ਉੱਥੇ ਪਹੁੰਚਦੇ ਨੇ। ਐਜੂਕੇਸ਼ਨ ਵਾਈਜ਼ ਜਾਂ ਇੰਟੈਲੀਜੈਂਸ ਵਾਈਜ਼ ਉਹ ਬੱਚੇ ਬੜੇ ਇੰਟੈਲੀਜੈਂਟ ਨੇ, ਐਸੀ ਨਹੀਂ ਕੋਈ ਗੱਲ ਹੈਗੀ ਵੀ ਉਹ ਬਹੁਤ ਨਲਾਇਕ ਨੇ ਤਾਂ ਕਰਕੇ ਲੜਦੇ ਨੇ, ਪੜ੍ਹਾਈ ਦੇ ਵਿੱਚ ਬਹੁਤ ਨਲਾਇਕ ਨੇ।
ਜ਼ਰੂਰੀ ਨਹੀਂ ਹੁੰਦਾ ਵੀ ਪੜ੍ਹਾਈ ਦੇ ਵਿੱਚ ਕਮਜ਼ੋਰ ਵਿਦਿਆਰਥੀ ਹੀ ਲੜਦੇ ਨੇ ਉੱਥੇ ਜਾ ਕੇ, ਐਂ ਨਹੀਂ, ਇਹ ਗੱਲ ਨਹੀਂ ਹੈ। ਜੇ ਤੁਸੀਂ ਜਿੱਥੋਂ ਤੱਕ ਟੈਸਟ ਦੀ ਗੱਲ ਕਰਦੇ ਆ ਜਾਂ ਜਿੱਥੋਂ ਤੱਕ ਇਹ ਗੱਲ ਕਰਦੇ ਆ ਕਿ ਟੈਸਟ ਉਹਨਾਂ ਦਾ ਉੱਥੇ ਹੋਊਗਾ ਤਾਂ ਉੱਥੇ ਉਹ ਫੇਲ ਹੋ ਜਾਣਗੇ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਊਗਾ, ਇਹ ਬੜੀ ਗਲਤ ਫਹਿਮੀ ਆ ਤੁਹਾਡੀ। ਬੜੀ ਹੀ ਸੋਹਣੀ ਇੰਗਲਿਸ਼ ਬੋਲਦੇ ਨੇ ਉਹ, ਕਿਉਂਕਿ ਪੜ੍ਹੇ ਉਹਨਾਂ ਸਕੂਲਾਂ ਦੇ ਨੇ ਜਿੱਥੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਹੀ ਸ਼ੁਰੂ ਤੋਂ ਡੀਲ ਕੀਤਾ ਜਾਂਦਾ, ਅੰਗਰੇਜ਼ੀ ਵਿੱਚ ਹੀ ਪੜ੍ਹਾਇਆ ਜਾਂਦਾ ਉਹਨਾਂ ਨੂੰ, ਐਂਡ ਉਹ ਪੜ੍ਹਾਈ ਦੇ ਪੱਖ ਤੋਂ ਵੀ ਉਹ ਬੜੇ ਇੰਟੈਲੀਜੈਂਟ ਨੇ। ਸੋ ਜਿਹੜੇ ਹਜੇ ਤੱਕ ਗਵਰਨਮੈਂਟ ਨੇ, ਜੋ ਮੇਨ ਮੁੱਦੇ ਦੀ ਗੱਲ ਮੈਂ ਇਹੀ ਕਰਨਾ ਚਾਹੁੰਦਾ ਕਿ ਹਜੇ ਤੱਕ ਗਵਰਨਮੈਂਟ ਨੇ ਕੋਈ ਐਸੀ ਅਫੀਸ਼ੀਅਲੀ ਕੋਈ ਵੀ ਚੀਜ਼ ਅਨਾਊਂਸ ਨਹੀਂ ਕੀਤੀ ਕਿ ਟੈਸਟ ਹੋਣਗੇ ਜਾਂ ਟੈਸਟ ਲਏ ਜਾਣਗੇ ਏਅਰਪੋਰਟ ਦੇ ਉੱਤੇ। CBSE ਜੋ ਇੰਟਰਵਿਊ ਤੁਹਾਡੀ ਕਰਦੀ ਆ, ਪਹਿਲਾਂ ਤੋਂ ਹੀ ਕਰਦੀ ਆ ਰਹੀ ਹੈ, ਇੱਕ ਹੱਕ ਵੀ ਉਹਨਾਂ ਦਾ ਐਂਡ ਉਹ ਹੁੰਦਾ ਵੀ ਆ ਵੀ ਤੁਸੀਂ ਕਿਹੜੇ ਮੁਲਕ ਤੋਂ ਆਏ ਹੋ, ਕਿਸ ਮੁਲਕ 'ਚ ਐਂਟਰ ਹੋ ਰਹੇ ਹੋ, ਤੇ ਉਹ ਜਦੋਂ ਬਾਰਡਰ ਕ੍ਰਾਸ ਕਰਨਾ ਹੈ ਤਾਂ ਤੁਹਾਡੀ ਇੱਕ ਇੰਟਰਵਿਊ ਸੈਸ਼ਨ ਜ਼ਰੂਰੀ ਹੁੰਦਾ ਜਿਹਦੇ ਵਿੱਚ ਪੁੱਛਿਆ ਜਾਂਦਾ ਕਿ ਕਿਸ ਵੀਜ਼ਾ ਤੇ ਕਿਸ ਪਰਮਿਟ ਤੇ ਆਏ ਹੋ, ਕੀ ਜੇ ਪੜ੍ਹਨ ਆਏ ਹੋ ਤਾਂ ਕੀ ਪੜ੍ਹਨ ਚੱਲੇ ਹੋ, ਕਿਹੜੇ ਕਾਲਜ 'ਚ ਪੜ੍ਹਨ ਚੱਲੇ ਹੋ। ਹਾਂ, ਮੈਂ ਇੱਕ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ ਕਿ ਪਿਛਲੇ ਸਮੇਂ ਦੌਰਾਨ, ਜੋ ਪਿਛਲਾ ਸਾਲ ਸਾਡਾ ਲੰਘਿਆ, ਉਹਦੇ ਦੌਰਾਨ ਜਿਹੜੇ ਨੌਨ SPP ਕੁਝ ਇਹੋ ਜਿਹੀਆਂ ਨੌਨ ਅਟੈਂਡਿੰਗ, ਰਾਤ ਮੈਂ PTC ਤੇ ਵੀ ਲਾਈਵ ਸਾਨੂੰ ਸੱਦਿਆ ਗਿਆ ਸੀ ਇਸੇ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ। ਬੜੇ ਹਾਈ ਲੈਵਲ ਲੋਕ ਉਸ ਡਿਬੇਟ ਦਾ ਪਾਰਟ ਬਣੇ ਸੀ, ਜਿਵੇਂ ਸਰਦਾਰ ਸੰਧੂ ਸਾਹਿਬ ਨੇ, VC ਨੇ, ਚਾਂਸਲਰ ਨੇ ਉਹ ਚੰਡੀਗੜ੍ਹ ਯੂਨੀਵਰਸਿਟੀ ਦੇ, ਤੁਹਾਡੇ ਕਾਉਂਸਲਰ ਬਰੈਂਪਟਨ ਤੋਂ ਨੇ, ਢਿੱਲੋਂ ਸਾਹਿਬ ਉਹ ਬੈਠੇ ਸੀ, ਇੱਕ ਸਟੂਡੈਂਟ ਯੂਨੀਅਨ ਦਾ ਇੱਕ ਨੁਮਾਇੰਦਾ ਮੁੰਡਾ ਜਿਹਨੂੰ ਮੈਂ ਕਹਿ ਕੀ ਨਾਂ ਸੀ ਉਹਦਾ, ਜਸਪ੍ਰੀਤ ਸਿੰਘ, ਉਹ ਉੱਥੇ ਬੈਠੇ ਸੀ। ਅਸੀਂ ਸਾਰਿਆਂ ਨੇ ਇਸੇ ਵਿਸ਼ੇ ਦੇ ਉੱਤੇ ਇੱਕ ਗੱਲ ਕੀਤੀ ਕਿ ਅਸਲ ਦੇ ਵਿੱਚ ਕਾਰਨ ਕੀ ਬਣਿਆ। ਜੇ ਆਪਾਂ ਗੱਲ ਕਰੀਏ ਪਿਛਲੇ ਕੁਝ ਸਮੇਂ ਦੌਰਾਨ ਜਾਂ ਲਾਸਟ ਈਅਰ ਦੇ ਦੌਰਾਨ, ਕੁਝ ਇਹੋ ਜਿਹੇ ਕਾਲਜਿਸ ਇੰਟਰੋਡਿਊਸ ਹੋਏ ਇੱਕੋਦਮ ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਵਿੱਚ, ਜਿੱਥੇ ਨੌਨ SPP ਬਹੁਤ ਕੇਸ ਅਪਲਾਈ ਹੋਏ। 5.5 ਤੇ ਅਪਲਾਈ ਕਰ ਲਓ। ਮੈਂ ਹਮੇਸ਼ਾ ਹੀ, ਤੁਸੀਂ ਜੇ ਮੇਰੀਆਂ ਪਿਛਲੀਆਂ ਵੀਡੀਓਜ਼ ਖੋਲ ਕੇ ਦੇਖੋ ਤਾਂ ਮੈਂ ਹਮੇਸ਼ਾ ਹੀ ਬੋਲਦਾ ਸੀ ਵੀ 5.5 ਤੇ ਬਿਨਾਂ ਆਇਲਟਸ, ਇਹੋ ਜਿਹੀਆਂ ਕਿੰਨੀਆਂ ਹੀ ਐਡਸ, ਕਿੰਨੀਆਂ ਹੀ ਐਡਵਰਟੀਜ਼ਮੈਂਟਸ ਚੱਲਦੀਆਂ ਹੁੰਦੀਆਂ ਸੀ। ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਨੌਨ SPP ਕੇਸ ਲੱਗੇ ਤਾਂ ਕੁਝ ਕੇਸ ਨਿਕਲ ਵੀ ਗਏ। ਜੇ ਆਪਾਂ ਕਹਿ ਲਈਏ ਵੀ ਕਿੰਨੇ ਕੁ ਕਹਿ ਸਕਦੇ ਹਾਂ ਵੀ ਜੇ 1000 ਮਗਰ 50 ਕੇਸ ਨਿਕਲ ਵੀ ਗਏ ਹੋਣਗੇ। ਐਂਡ ਉਹਨਾਂ ਨੇ ਉੱਥੇ ਜਦੋਂ ਪਹੁੰਚ ਕੇ ਉਹਨਾਂ ਵੱਲੋਂ ਜਿਹੜੀ ਵੀ ਹੋ ਸਕਦਾ ਵੀ ਉਹ ਜਿਹੜੇ ਨੌਨ ਅਟੈਂਡਿੰਗ ਸਟੂਡੈਂਟਸ ਹੋਣ, ਉੱਥੇ ਪਹੁੰਚ ਕੇ ਕੋਈ ਇਹੋ ਜਿਹੀ ਗਲਤ ਗੱਲ ਕਰ ਲਈ ਹੋਵੇ ਜਾਂ ਗਲਤ ਹਰਕਤ ਹੋ ਗਈ ਹੋਵੇ, ਜਾਂ ਆਪਾਂ ਇਹ ਕਹਿ ਲਈਏ ਕਿ ਕੁਝ ਸਟੂਡੈਂਟਸ ਵੱਲੋਂ, ਪਰ ਮੈਂ ਇਹਨਾਂ ਜਿਹੜੇ ਸਟੂਡੈਂਟਸ ਲੜਾਈ 'ਚ ਇਨਵੋਲਵ ਨੇ, ਮੈਂ ਉਹਨਾਂ ਵੱਲੋਂ ਬਾਰੇ ਜ਼ਰੂਰ ਇਹ ਕਹਿ ਸਕਦਾ ਵੀ ਤੁਸੀਂ ਜੇ ਉਹਨਾਂ ਦੀ ਘੋਖ ਕਰੋਗੇ ਨਾ, ਜਾਂ ਤਾਂ ਉਹ ਪੜ੍ਹ ਕੇ ਹਟ ਚੁੱਕੇ ਹੋਣਗੇ, ਐਂਡ ਜੇ ਉਹ ਤੁਸੀਂ ਲਾਈਕ ਉਹਨਾਂ ਨੂੰ, ਜੇ ਤੁਸੀਂ ਉਹਨਾਂ ਦੇ ਪ੍ਰੋਫਾਈਲਸ ਚੈੱਕ ਕਰੋਗੇ ਤਾਂ ਤੁਹਾਨੂੰ ਉਹਨਾਂ ਦੇ ਪ੍ਰੋਫਾਈਲਸ ਦੇ ਵਿੱਚ ਇਹ ਖੋਟ ਨਹੀਂ ਮਿਲੂਗੀ ਕਿ ਉਹ ਪੜ੍ਹਨ ਵਾਲੇ ਬੱਚੇ ਨਹੀਂ ਸੀ, ਜਾਂ ਉਹ ਪੜ੍ਹ ਕੇ ਨਹੀਂ ਆਏ ਸੀ, ਜਾਂ ਉਹ ਬੈਂਡ ਖਰੀਦ ਕੇ ਇੱਥੇ ਪਹੁੰਚੇ ਸੀ। ਸੋ ਮੈਂ ਸਟੂਡੈਂਟ ਤੇ ਇਹੀ ਜਾਣਕਾਰੀ ਦੇ ਦੇਣਾ ਚਾਹੁੰਦਾ ਕਿ ਹਜੇ ਤੱਕ ਅਫੀਸ਼ੀਅਲੀ ਇਹੋ ਜਿਹੀ ਕੋਈ ਅਨਾਊਂਸਮੈਂਟ ਨਹੀਂ ਹੋਈ। ਪਲੀਜ਼ ਇਹ ਕੁਐਸਚਨ ਨੂੰ ਲੋੜ ਨਹੀਂ ਹੈਗੀ ਤੁਹਾਨੂੰ ਬਾਰ-ਬਾਰ ਕਿਸੇ ਕੋਲੋਂ ਜਾਂ ਮੇਰੇ ਕੋਲ ਆ ਕੇ ਪੁੱਛਣ ਦੀ ਵੀ ਉੱਥੇ ਕੋਈ ਟੈਸਟ ਹੋਊਗਾ। ਹਜੇ ਸਿਰਫ ਤੇ ਸਿਰਫ ਇਹ ਸੁਝਾਅ ਦਿੱਤਾ ਗਿਆ ਸੀ ਉੱਥੋਂ ਦੇ ਨੁਮਾਇੰਦਿਆਂ ਵੱਲੋਂ, ਆਪਣੀ ਕਮਿਊਨਿਟੀ ਵੱਲੋਂ, ਵੀ ਜੇ ਚੰਗੇ ਸਟੂਡੈਂਟ ਹੀ ਕਿਵੇਂ ਪਹੁੰਚਣ ਕੈਨੇਡਾ, ਤਾਂ ਉਹਨਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਵੱਖਰੇ ਕਰ ਸਕਦੇ ਹਾਂ, ਆਈਸੋਲੇਟ ਕਰ ਸਕਦੇ ਹਾਂ। ਤਾਂ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਬੱਚੇ ਪ੍ਰੋਫਾਈਲ ਨੂੰ ਮੈਨੀਪੂਲੇਟ ਕਰ ਲੈਂਦੇ ਨੇ ਇੰਡੀਆ ਦੇ ਵਿੱਚ ਪੈਸਿਆਂ ਦੇ ਨਾਲ, ਤਾਂ ਉਹਨਾਂ ਦਾ ਇੱਕ ਟੈਸਟ ਕੈਨੇਡਾ 에ਅਰਪੋਰਟ ਤੇ ਹੋ ਜੇ, ਐਂਡ ਉੱਥੇ ਜਿਹੜਾ ਬੱਚਾ ਉਹ ਟੈਸਟ ਕਲੀਅਰ ਕਰੇ ਉਹਨੂੰ ਹੀ ਐਂਟਰੀ ਮਿਲੇ, ਦੂਸਰੇ ਨੂੰ ਨਾ ਮਿਲੇ। ਪਰ ਐਸੀ ਚੀਜ਼ ਕਰਨ ਦੀ ਲੋੜ ਨਹੀਂ ਪਊਗੀ। ਮੈਕਸਿਮਮ ਨੰਬਰਸ ਜਿਹੜੇ ਕੈਨੇਡਾ ਪਹੁੰਚਦੇ ਨੇ, ਮੈਕਸਿਮਮ ਜੇ 100 ਕੇਸ ਲੱਗਦਾ, ਵਿੱਚੋਂ 95 ਕੇਸ ਚੰਗੇ ਪ੍ਰੋਫਾਈਲ ਹੀ ਹੁੰਦੇ ਨੇ, ਮੈਡੀਕਲ, ਨਾਨ ਮੈਡੀਕਲ, ਕਾਮਰਸ ਦੇ ਚੰਗੇ ਸਟੂਡੈਂਟ ਜਿਨ੍ਹਾਂ ਦੀ ਪਰਸੈਂਟੇਜ ਵੀ 65% ਤੋਂ ਉੱਪਰ ਹੁੰਦੀ ਆ। ਇਹ ਤੁਸੀਂ ਅੰਕੜੇ ਚੈੱਕ ਕਰ ਲਿਓ, ਫਿਰ ਤੁਸੀਂ ਦੇਖਿਓ ਵੀ ਹਾਂ ਤੁਹਾਨੂੰ ਪਤਾ ਲੱਗੂਗਾ ਵੀ ਬਿਲਕੁਲ ਇਹੀ ਚੀਜ਼ ਹੁੰਦੀ ਹੈ ਵੀ ਚੰਗੇ ਵਿਦਿਆਰਥੀਆਂ ਦੇ ਹੀ ਕੇਸ ਕੈਨੇਡੀਅਨ ਐਮਬੈਸੀ ਐਕਸੈਪਟ ਕਰਦੀ ਐਂਡ ਲੱਗਦੇ ਆ। ਐਂਡ ਸੋ ਸਟੂਡੈਂਟਸ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਹਜੇ ਉਹ ਨਿਊਜ਼ ਸਿਰਫ ਤੇ ਸਿਰਫ ਇਹ ਸੀ ਵੀ ਹਜੇ ਸਿਰਫ ਤੇ ਸਿਰਫ ਸਟੂਡੈਂਟਸ ਸੌਰੀ ਮੈਂ ਕੀ ਦੱਸਣਾ ਚਾਹੁੰਦਾ, ਵਿੱਚ ਇੱਕ ਕੁਐਸਚਨ ਆ ਗਿਆ ਸਰ, ਸਟੂਡੈਂਟ ਘੱਟ ਤੋਂ ਘੱਟ ਕਿੰਨੇ ਡਾਲਰ ਨਾਲ ਲਿਜਾ ਸਕਦੇ ਨੇ? ਸਰ ਕੈਸ਼ ਡਾਲਰ ਜਿਹੜਾ ਹੁੰਦਾ $10,000 ਤੱਕ ਤੁਸੀਂ ਲੀਗਲੀ ਕੈਰੀ ਕਰ ਸਕਦੇ ਆ, ਪਰ ਸਟੂਡੈਂਟਸ ਨੂੰ $1,000-2,000 ਬਥੇਰਾ ਹੁੰਦਾ, ਕਿਉਂਕਿ GIC ਉਹਨਾਂ ਦਾ $10,000 ਉੱਥੇ 65 ਮਹੀਨੇ ਉਹਨਾਂ ਨੂੰ ਮਿਲੀ ਜਾਣਾ ਹੁੰਦਾ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਟੂਡੈਂਟਸ ਨੂੰ ਹਜੇ ਇਸ ਚੀਜ਼ ਦੇ ਉੱਤੇ ਵਰਕਆਊਟ ਕਰਨ ਦੀ ਲੋੜ ਨਹੀਂ। ਬਾਕੀ ਜੇ ਟੈਸਟ ਰੱਖ ਵੀ ਲੈਣਗੇ ਤਾਂ ਮੈਨੂੰ ਪਤਾ ਵੀ ਤੁਸੀਂ ਉਹ ਟੈਸਟ ਕਲੀਅਰ ਕਰ ਲੈਣਾ, ਕਿਉਂਕਿ ਅਸੀਂ ਜਾਣਦੇ ਹਾਂ, ਅਸੀਂ ਤੁਹਾਡੇ ਪ੍ਰੋਫਾਈਲਸ ਨਾਲ ਇੱਥੇ ਡੀਲ ਕਰਦੇ ਹਾਂ, ਅਸੀਂ ਤੁਹਾਨੂੰ ਪਰਸਨਲੀ ਡੀਲ ਕਰਦੇ ਹਾਂ, ਸਾਨੂੰ ਪਤਾ ਤੁਹਾਡਾ ਇੰਟੈਲੀਜੈਂਸ ਲੈਵਲ ਜਾਂ ਤੁਸੀਂ ਕਿੰਨਾ ਕੁ ਪੜ੍ਹ ਕੇ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ ਨੰਬਰ ਲੈ ਕੇ ਪਾਸ ਹੋਏ ਹੁੰਦੇ ਹੋ। ਸੋ ਐਂਡ ਤੇ ਇਹੀ ਕਹੂੰਗਾ ਕਿ ਹਜੇ ਤੱਕ ਉਹ ਜਿਹੜੀ ਖਬਰ ਆ ਉਹ ਸਿਰਫ ਇੱਕ ਖਬਰ ਆ, ਅਫੀਸ਼ੀਅਲੀ ਗਵਰਨਮੈਂਟ ਵੱਲੋਂ ਹਜੇ ਕੁਝ ਵੀ ਇਹੋ ਜਿਹਾ ਇੰਪਲੀਮੈਂਟ ਨਹੀਂ ਹੋਇਆ।
ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਧੰਨਵਾਦ।